जिस हिसाब आज वर्कशॉप लगाई हैगी है सो की इसका ਜਿਹੜਾ ਮੁੱਖ ਮੰਤਵ ਸੀਗਾ ਉਹਦੇ ਬਾਰੇ ਅੱਜ ਦੀ ਜਿਹੜੀ ਵਰਕਸ਼ਾਪ ਹੈ ਇਹ ਨੈਸ਼ਨਲ ਦੀ ਇੰਸਟੀਚਿਊਟ ਆਫ ਐਨੂਅਲ ਬਾਇਓਟੈਕਨੋਲੋਜੀ ਜਿਹੜੀ ਕੇਂਦਰ ਸਰਕਾਰ ਦੀ ਬਹੁਤ ਵੱਡੀ ਸੰਸਥਾ ਵਾ ਉਹਨਾਂ ਦੇ ਡਾਇਰੈਕਟਰ ਡਾਕਟਰ ਤਾਰੂ ਸ਼ਰਮਾ ਜੀ ਸਾਡੇ ਨਾਲ ਆਏ ਨੇ। ਇਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਮਿਲਾਨ, ਜਿਹਦਾ ਮਤਲਬ ਹੈ ਵੀ ਸਾਇੰਟਿਸਟ, ਫਾਰਮਰ, ਇੰਡਸਟਰੀ ਸਾਰੇ ਰਲ ਕੇ ਬੈਠਣ, ਆਪਣੀਆਂ ਪ੍ਰੋਬਲਮਸ ਦੇਖੋ ਕਿਹੜੀਆਂ ਪ੍ਰੋਬਲਮਸ ਨੇ, ਆਪਾਂ ਨੂੰ ਜਿਹੜੀ ਯੂਨੀਵਰਸਿਟੀਆਂ ਨੇ ਜਾਂ ਇਹਨਾਂ ਦੀ ਇੰਸਟੀਚਿਊਟ ਆ ਰਲ ਕੇ ਅਸੀਂ ਫਾਰਮਰ ਦੇ ਲਈ ਕੋਈ ਕੰਮ ਕਰ ਸਕੀਏ। ਜੇ ਅਸੀਂ ਆਪਣੀਆਂ ਖੋਜਾਂ ਕਰਦੇ ਹਾਂ ਉਹ ਫਾਰਮਰ ਨੂੰ ਨਹੀਂ ਪਤਾ ਲੱਗਦਾ। ਪਹਿਲਾਂ ਅਸੀਂ ਇਹ ਸ਼ੁਰੂਆਤ ਕੀਤੀ ਹੈ ਵੀ ਫਾਰਮਰ ਆਪਣੀ ਦੱਸੇ ਪ੍ਰੋਬਲਮਸ ਕੀ ਆ, ਉਹਨੂੰ ਥੋੜ੍ਹੇ ਜਿਹੇ ਅਸੀਂ ਗੋਸ਼ਟੀ ਕਰਾਂਗੇ, ਬੈਠਾਂਗੇ, ਥੋੜ੍ਹੀ ਜਿਹੀਆਂ ਉਹਨਾਂ ਨੂੰ ਨਵੀਆਂ ਜਿਹੜੀਆਂ ਤਕਨੀਕਾਂ ਨੇ ਉਹਦੇ ਬਾਰੇ ਦੱਸਾਂਗੇ। ਬਾਅਦ ਦੇ ਵਿੱਚ ਉਹ ਸਾਨੂੰ ਆਪਣੀਆਂ ਉਸ ਫੀਡਿੰਗ ਬਾਰੇ, ਜਰਮ ਪਲਾਜ਼ਮ ਇੰਪਰੂਵਮੈਂਟ ਬਾਰੇ, ਵਨ ਹੈਲਥ ਬਾਰੇ, ਪਸ਼ੂਆਂ ਤੋਂ ਲੱਗਣ ਵਾਲੀ ਮਨੁੱਖਾਂ ਨੂੰ ਬਿਮਾਰੀਆਂ, ਅੱਜ ਕੱਲ੍ਹ ਰਜਿਸਟੈਂਸ ਬਹੁਤ ਦਵਾਈਆਂ ਨੂੰ ਹੋ ਰਹੀ ਹੈ, ਉਹਦੇ ਬਾਰੇ ਗੱਲਾਂ ਕਰਨਗੇ। ਸਾਫ਼ ਦੁੱਧ ਪ੍ਰੋਡਿਊਸ ਕਰਨਾ ਉਹਦੇ ਬਾਰੇ ਗੱਲ ਕਰਾਂਗੇ। ਉਹਦੇ ਵਿੱਚ ਜਿਹੜੀਆਂ ਉਹਨਾਂ ਨੂੰ ਦਿੱਕਤਾਂ ਪ੍ਰੋਡਿਊਸ ਆ ਰਹੀਆਂ ਨੇ ਉਹਦੇ ਬਾਰੇ ਗੱਲ ਕਰਾਂਗੇ। ਜੇ ਜਿਹੜੀਆਂ ਕਿ ਜਿਵੇਂ ਬਿਮਾਰੀਆਂ ਨੇ ਨਵੀਆਂ ਆਉਣ ਵਾਲੀਆਂ ਬਿਮਾਰੀਆਂ ਉਹਦੀਆਂ ਕਿੱਟਾਂ ਤਿਆਰ ਕਰਦੇ ਆ, ਉਹਦੇ ਵੈਕਸੀਨ ਤਿਆਰ ਕਰਦੇ ਆ। ਜਿਹੜੀ ਇਹ ਇੰਸਟੀਚਿਊਟ ਹੈ ਇਸ ਕੰਮ ਦੇ ਲਈ ਮਾਹਰ ਹੈ। ਹੁਣ ਇਹ ਆਪਣੇ ਇਸ ਏਰੀਆ ਦੇ ਸਪੈਸ਼ਲ ਆਇਆ ਵੀ ਸਾਡੀ ਇੱਥੇ ਕੀ ਪ੍ਰੋਬਲਮਸ ਨੇ, ਉਹ ਪ੍ਰੋਬਲਮਸ ਨੂੰ ਆਪਾਂ ਦੇਖਾਂਗੇ ਅਤੇ ਬੈਠ ਕੇ ਅਸੀਂ ਇੱਕ ਲਿਸਟ ਤਿਆਰ ਕਰਾਂਗੇ, ਇਹਦੀ ਪ੍ਰੋਸੀਡਿੰਗ ਬਣਾ ਕੇ ਅਸੀਂ ਜੁਆਇੰਟਲੀ ਰਲ ਕੇ ਕੰਮ ਕਰਾਂ। ਜਿਹੜਾ ਕੰਮ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ, ਜਿਹੜਾ ਅਸੀਂ ਰਲ ਕੇ ਕੰਮ ਕਰ ਸਕਦੇ ਹਾਂ ਅਸੀਂ ਰਲ ਕੇ ਕਰਾਂਗੇ, ਜਿਹੜਾ ਇਹਨੇ ਇਹ ਇਕੱਲੇ ਕਰ ਸਕਦੇ ਆ ਇਹ ਇਕੱਲੇ ਕਰਕੇ ਸਾਡੇ ਪੰਜਾਬ ਦੇ ਲਈ ਸਾਨੂੰ ਫਾਇਦਾ ਹੋਵੇ। ਰਵੀ ਸਾਹਿਬ, ਅੱਜ ਵੀ ਭਾਰਤ ਦੀ ਜਿਹੜੀ ਝੰਡੀ ਬੁਲੰਦ ਹੈਗੀ ਆ ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੀ ਪ੍ਰੋਡਕਸ਼ਨ 'ਚ, ਸੋ ਕਿਸ ਤਰ੍ਹਾਂ ਦੇਖਦੇ ਹੋ ਵੀ ਖਾਸ ਕਰਕੇ ਸਾਡੇ ਪਸ਼ੂਆਂ ਨੂੰ ਲੈ ਕੇ ਅਤੇ ਹੋਰ ਹੁਣ ਡਾਈਟ ਨੂੰ ਲੈ ਕੇ ਜਿੱਦਾਂ ਗਰਮੀਆਂ ਆ ਗਈਆਂ ਅਤੇ ਜਿਵੇਂ ਆਪਾਂ ਇੰਡੀਆ ਦਾ 24% ਦੁਨੀਆ ਦਾ ਦੁੱਧ ਪ੍ਰੋਡਿਊਸ ਕਰਦੇ ਹਾਂ ਅਤੇ ਇੰਡੀਆ 'ਚ ਨੰਬਰ 1 ਆ। ਆਪਾਂ 240 ਮਿਲੀਅਨ ਟਨ ਕਰਦੇ ਹਾਂ, ਪਰ ਜੇ ਆਉਣ ਵਾਲੇ ਦਿਨਾਂ 'ਚ ਦੇਖੀਏ 2050 ਤੱਕ ਆਪਣੇ ਕੋਲ 400 ਮਿਲੀਅਨ ਟਨ ਦੀ ਲੋੜ ਆ। ਜਿਹੜਾ ਮਤਲਬ ਵੀ ਆਪਾਂ ਜੇ ਹੁਣ 6% 'ਤੇ ਗਰੋ ਕਰ ਰਹੇ ਹਾਂ ਤਾਂ ਆਪਾਂ ਨੂੰ 13% 'ਤੇ ਗਰੋ ਕਰਾਂਗੇ ਤਾਂ ਜਾ ਕੇ ਆਪਾਂ ਦੁੱਧ ਪ੍ਰੋਡਿਊਸ ਕਰਾਂਗੇ। ਇਸ ਕਰਕੇ ਆਪਾਂ ਨੂੰ ਇਸ ਧੰਦੇ ਨੂੰ ਕਾਫੀ ਪ੍ਰਫੁੱਲਤ ਕਰਨ ਦੀ ਲੋੜ ਪੈਣੀ ਹੈ, ਜਰਮ ਪਲਾਜ਼ਮ ਇੰਪਰੂਵ ਕਰਨ ਦੀ ਲੋੜ। ਦੂਜੀ ਗੱਲ ਹੈ ਜਿਹੜੇ ਆਉਣ ਵਾਲਾ ਜ਼ਮਾਨਾ ਵਾ ਉਹ ਦੁੱਧ ਦਾ ਨਹੀਂ ਰਹਿਣਾ, ਕੁਆਲਿਟੀ ਦੁੱਧ ਦਾ ਹੋਣਾ। ਜਿਹੜੀ ਚੰਗੀ ਨਿਊਟ੍ਰੀਸ਼ਨ ਚੰਗੀ ਦੇਣ ਦੇ ਲਈ ਚੰਗਾ ਦੁੱਧ, ਸਾਫ਼ ਸੁਥਰਾ ਦੁੱਧ, ਜਿਹੜੀ ਇਹਦੀ ਡਿਮਾਂਡ ਬਹੁਤ ਵਧੀ ਹੈ, ਇਹਦੀ ਘੱਟ ਮਾਰਕੀਟ ਆ ਰਹੀ ਹੈ। ਅਤੇ ਅਸੀਂ ਇਹਦੇ ਵਿੱਚ ਗੋਸ਼ਟੀ ਦੇ ਵਿੱਚ ਇਹ ਵੀ ਗੱਲ ਕਰਾਂਗੇ ਵੀ ਦੁੱਧ ਨੂੰ ਸਾਫ਼ ਸੁਥਰਾ ਅਤੇ ਵਧੀਆ ਤਰੀਕੇ ਨਾਲ ਜਾਂ ਆਪਣੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਐਂਟੀਬਾਇਓਟਿਕਸ ਨੇ ਜਾਂ ਉਹਦੇ ਬੈਕਟੀਰੀਆ ਉਹ ਤੋਂ ਆਪਾਂ ਫ੍ਰੀ ਕਿਵੇਂ ਪ੍ਰੋਡਿਊਸ ਕਰ ਸਕਦੇ ਹਾਂ। ਇਹਦੇ ਵਿੱਚ ਕਈ ਡਾਕਟਰ ਸਾਹਿਬ ਦੀ ਟੀਮ ਜਿਹੜੀ ਹੈ ਇਹ ਕਈ ਕੰਮ ਕਰਦੀ ਹੈ, ਕਿਟਸ ਤਿਆਰ ਕਰਦੀ ਹੈ। ਉਹ ਕਿਟਸ ਦੇ ਵਿੱਚ ਜਿਹੜੀਆਂ ਆਪਾਂ ਫਾਰਮਰ ਦੀਆਂ ਛੋਟੀਆਂ ਹੁੰਦੀਆਂ ਨੇ, ਆਪਾਂ ਦੂਰ ਲੈਬਾਂ ਨਹੀਂ ਹੁੰਦੀਆਂ, ਉਹ ਛੋਟੀਆਂ ਹੁੰਦੀਆਂ ਨੇ, ਆਪਾਂ ਫਾਰਮ ਦੇ ਉੱਤੇ ਟੈਸਟ ਕਰ ਸਕਦੇ ਹਾਂ। ਉਹ ਉਸ ਤਰ੍ਹਾਂ ਦੀਆਂ ਇਹ ਜਿਹੜੀਆਂ ਇਜਾਦਾਂ ਖੋਜਾਂ ਕਰਦੇ ਆ। ਇਹਨਾਂ ਦਾ ਸਾਡੇ ਆਉਣ ਦਾ ਇੱਥੇ ਆਏ ਆ, ਸਾਡੇ ਨੂੰ ਬਹੁਤ ਫਾਇਦਾ ਹੋਊਗਾ ਫਾਰਮਰਸ ਨੂੰ ਇਹਦਾ ਇੱਥੇ ਆਉਣ ਦਾ। मैम पहले अपने बारे में नमस्ते, मेरा नाम डॉक्टर जी तरु शर्मा है। मैं एक संस्थान है डीबीटी का, मिनिस्ट्री ऑफ साइंस एंड टेक्नोलॉजी के तहत एक ऑटोनमस संस्थान है, नेशनल इंस्टीट्यूट ऑफ एनिमल बायोटेक्नोलॉजी, हैदराबाद तेलंगाना में है। और हम गढ़वासू में ये मिलान की जो गोष्ठी कर रहे हैं तो इसमें यह है कि पंजाब के फार्मर तो जी बड़े प्रोग्रेसिव हैं, पर हमारे पास जो है और हम उनके संग अगर बात करके कुछ आगे अपनी रिसर्च को बढ़ा पाएँ तो उससे हमारा काफ़ी फ़ायदा होगा। हमारे बीच में एक हमारे न्यूट्रिशन के वैज्ञानिक भी आए हैं, और जहाँ तक बात है कि हीट बढ़ रही है और क्या उनको खाना दिया जाए जिससे कि दूध तो हम एक नंबर हैं पूरे विश्व में, लेकिन हम उसको कैसे बढ़ाएं, और खाना के बिना तो कुछ नहीं होगा। दूसरा हम एक और करते हैं कि कैसे इनके प्रजनन को बढ़ाएं, कि जिससे हमें बहुत सारे बच्चे से मतलब नहीं है, हमें अच्छे बच्चे चाहिए, क्वालिटी ब्रीड चाहिए। हमारे यहाँ एक जीनोमिक चिप है, वो हमारी देसी गायों की नस्ल पहचानने का काम करती है। कुछ नहीं चाहिए, खून की एक बूंद चाहिए, डीएनए निकालते हैं और उससे बता देते हैं। इसके अलावा एक जो वन हेल्थ है उसमें हम लोग 28 लोगों के संग मिलके काम करते हैं, ह्यूमन और एनिमल। गढ़वासू हमारा उसमें एक पार्टनर है, और उसमें हम काफ़ी काम करते हैं। तरह तरह के ऐसे रोग जो जूनोटिक हैं, जो पशु से मनुष्य में या उल्टे ऐसे आए, उन पे काम करते हैं। तो हमने कई किट बनाए हैं जो डिवा केपेबल हैं। जैसे मैं अगर नाम लूँ ब्रुसेल्ला का, जो एक बैक्टीरिया से उपजी हुई बीमारी है और वो बहुत भयंकर जूनोटिक है, तो हमने एक डिवा केपेबल पेप्टाइड और प्रोटीन बेस्ड एलाइजा किट बनाया है।
डिवा से मतलब जो जानवरों को वैक्सीन लगी है या नहीं लगी है, बीमारी हुई है, तब पता चल जाएगा। हमारे पास वो किट है, एप्टामर बेस्ड किट है, जो दूध में एंटीबायोटिक का कितना % है वो हम कर पाएंगे। तो अब जब गोष्ठी होगी तो हमारे वैज्ञानिक जो आए हैं वो बताएंगे लोगों को कि हमारे पास क्या क्या है, और अगर आप चाहें तो हम उसको आगे ले जाएं। अच्छा, जैसे मैम गर्मियों का सीज़न चल रहा है, अभी पूरे भारत में बहुत कड़ाके की गर्मी पड़ रही है, तो किस तरह देखते हैं जैसे पशुओं का दूध इस सीज़न में कम हो जाता है, तो क्या क्या न्यूट्रिशन का ध्यान रखना चाहिए किसान को? जी, मैं आपकी इस बात का जवाब थोड़ा अलग ढंग से दूंगी। पूरे देश में हमारा पूरा जो देश है वो 7 एग्रो क्लाइमेटिक जोन में विभाजित है। तो आज की तारीख में जितनी गर्मी लुधियाने में है, हैदराबाद में उतनी गर्मी नहीं है। और अगर हम चेरापूंजी मेघालय में जाएं तो वहाँ बारिश हो रही है। तो ये हम कोई एक रामबाण नहीं ला सकते, हमें अलग अलग 7 क्लाइमेटिक जोन के लिए लाना होगा। इस गोष्ठी के दौरान हमारा फोकस सिर्फ और सिर्फ पंजाब होगा। पंजाब के जो फार्मर हैं और जो तेलंगाना का हमारा संस्थान है, हम मिलके कैसे माइक्रो न्यूट्रिएंट की अवेलेबिलिटी को बढ़ाएं, क्योंकि बड़े जानवर आपको पता है इनका पेट 4 में होता है, तो कैसे जो बड़ा र्यूमन है उससे बाईपास होकर प्रोटीन फैट आगे चला जाए। तो मैम जैसे दूध की प्रोडक्शन को लेके जैसे पंजाब के किसान है वो काफ़ी मेहनत कर रहे हैं, खास करके बड़ी मेहनत करते हैं, बड़ा हम तो एकदम इन अग्रणी किसानों में से हैं। तो तेलंगाना साइड में हम किस तरह के किसान हैं, वो डेयरी फार्मिंग के मतलब धंधे में कितने जो है वो सीरियस है? देखिए, पूरे देश का जो पशुपालक है, डेयरी प्रोडक्शन तो हमारी एक जान है। हम और आप अपना सुबह की चाय दूध से लेके रात के खाने तक बिना दूध और बिना गाय के, बिना जानवर के प्रोडक्ट के कुछ नहीं कर पाते। हमारी चारों जो खाने होते हैं, चाय कॉफ़ी से चालू होके रात तक, सब में जानवर का कुछ ना कुछ आता है।